ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੋਧਾ ਰਹਿ ਸਾਹਿਬ ਦੇ ਪਹਿਲੇ 5 ਸ਼ਬਦਾਂ ਦੇ ਵਿਚਾਰ ਆਪਾਂ ਕੱਲ੍ਹ ਤੱਕ ਕਰਕੇ ਰਲ ਮਿਲ ਕਰਕੇ ਕੀਤੀ ਹੈ। ਨਾਲ ਨਾਲ ਬਾਣੀ ਦਾ ਪਾਠ ਵੀ ਕੀਤਾ ਹੈ। ਆਓ ਅੱਜ ਰਹਿ ਸਾਹਿਬ ਜੀ ਦੇ ਅਗਲੇ ਸ਼ਬਦ ਦੀ ਪਹਿਲਾਂ ਰਲ ਮਿਲ ਕਰਕੇ ਆਪਾਂ ਸੰਥਿਆ ਕਰਦੇ ਹਾਂ, ਪਾਠ ਕਰਦੇ ਹਾਂ। ਫਿਰ ਜਿਵੇਂ ਸਤਿਗੁਰੂ ਜੀ ਦੀ ਰਹਿਮਤ ਹੋਵੇਗੀ ਆਪਾਂ ਰਲ ਮਿਲ ਕਰਕੇ ਵਿਚਾਰ ਕਰਾਂਗੇ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਸਾ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਇਸ ਪਾਠ ਸ਼ਬਦ ਦਾ ਜੋ ਸਿਰਲੇਖ ਹੈ ਉਹ ਹੈ ਸੋ ਪੁਰਖ। ਇਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹਨ। ਆਓ ਪਹਿਲਾਂ ਇਸ ਦੇ ਵਿੱਚੋਂ 2 ਪੌੜੀਆਂ ਦਾ ਪਾਠ ਕਰਦੇ ਹਾਂ, ਫਿਰ ਰਲ ਮਿਲ ਕਰਕੇ ਵਿਚਾਰ ਕਰਾਂਗੇ ਜੀ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਤੁਧ ਜੀ। ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ। ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ। ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ। ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਸ਼ਬਦ ਦੇ ਅੰਦਰ ਕਿਰਪਾ ਕਰਦੇ ਹਨ, ਜਿਸ ਦਾ ਸਿਰਲੇਖ ਹੈ ਸੋ ਪੁਰਖ, ਭਾਵ ਉਹ ਪੁਰਖ, ਉਹ ਅਕਾਲ ਪੁਰਖ ਪਰਮਾਤਮਾ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਇੱਥੇ ਜਦੋਂ ਵੀ ਅਸੀਂ ਪਾਠ ਕਰਨਾ ਹੈ ਤਾਂ ਇਹ ਧਿਆਨ ਜ਼ਰੂਰ ਰੱਖਣਾ ਹੈ ਕਿ ਇਸ ਦਾ ਉਚਾਰਨ ਅਗਮਾ ਅਗਮ ਹੋਵੇਗਾ ਅਤੇ ਜਿੱਥੇ ਟਿੱਪੀ ਲੱਗੀ ਹੋਵੇਗੀ ਗੱਗੇ ਦੇ ਉੱਤੇ ਉਸ ਦਾ ਉਚਾਰਨ ਹੋਵੇਗਾ ਅਗੰਮਾ। ਜਿੱਥੇ ਟਿੱਪੀ ਨਹੀਂ ਲੱਗੀ ਹੈ ਉੱਥੇ ਉਚਾਰਨ ਹੈ ਅਗਮ ਜਾਂ ਅਗਮਾ
ਜਿਵੇਂ ਵੀ ਲਿਖਿਆ ਹੋਵੇਗਾ, ਜੇ ਕੰਨੇ ਦੀ ਮਾਤਰਾ ਦੇ ਨਾਲ ਹੋਵੇਗਾ ਤੇ ਅਗਮਾ, ਜੇ ਮੁਕਤਾ ਹੈ ਤੇ ਅਗਮ, ਤੇ ਜੇ ਟਿੱਪੀ ਲੱਗੀ ਹੋਈ ਫਿਰ ਆਵੇਗਾ ਅਗੰਮਾ, ਤੇ ਜੇ ਅੱਖਰ ਪਿਛਲਾ ਮੁਕਤਾ ਹੈ ਤੇ ਫਿਰ ਆਵੇਗਾ ਅਗਮ। ਭਾਵ ਜਿੱਥੇ ਤੱਕ ਸਾਡੀ ਗਮਤਾ ਨਾ ਹੋਵੇ, ਗਮ ਤੋਂ ਭਾਵ ਹੈ ਜਿੱਥੇ ਤੱਕ ਸਾਡੀ ਪਹੁੰਚ ਹੈ, ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਹੈ, ਉਹ ਹੈ ਗਮਤਾ। ਅਤੇ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੈ, ਜਿੱਥੇ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ, ਉਹ ਹੈ ਅਗਮ। ਅਗਮਤਾ ਭਾਵ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੈ। ਸੋ ਪੁਰਖ ਨਿਰੰਜਨ, ਸੋ ਤੋਂ ਭਾਵ ਹੈ ਉਹ ਅਕਾਲ ਪੁਰਖ ਪਰਮਾਤਮਾ। ਪੁਰਖ ਤੋਂ ਭਾਵ ਹੈ ਕਿ ਉਹ ਹਰ ਇੱਕ ਜੀਵ ਦੇ ਵਿੱਚ ਸਮਾਇਆ ਹੋਇਆ ਹੈ। ਕਰਤਾ ਪੁਰਖ ਅਸੀਂ ਜਪਜੀ ਸਾਹਿਬ ਦੇ ਅੰਦਰ ਪੜ੍ਹਿਆ ਸੀ। ਕਰਤਾ ਤੋਂ ਭਾਵ ਹੈ ਕਰਨ ਵਾਲਾ, ਅਤੇ ਪੁਰਖ ਤੋਂ ਭਾਵ ਹੈ ਉਹ ਜਿਹੜਾ ਕਰਤਾ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ ਸ੍ਰਿਸ਼ਟੀ ਦੇ ਵਿੱਚ ਹੀ ਰਮਿਆ ਹੋਇਆ ਵੀ ਹੈ। ਜਿਵੇਂ ਕੋਈ ਮਕਾਨ ਬਣਦਾ ਹੈ ਅਤੇ ਮਿਸਤਰੀ ਬਣਾ ਕੇ ਉਸ ਨੂੰ ਆਪਣੇ ਘਰੇ ਚਲਿਆ ਜਾਂਦਾ ਹੈ। ਕੋਈ ਗੱਡੀ ਬਣਾਉਣ ਵਾਲਾ ਇੰਜੀਨੀਅਰ ਹੈ, ਉਹ ਗੱਡੀ ਬਣਾ ਕੇ ਆਪਣੇ ਘਰ ਬੈਠਾ ਹੈ ਅਤੇ ਗੱਡੀ ਜਿਸ ਨੇ ਖਰੀਦੀ ਹੈ ਉਹ ਚਲਾ ਰਿਹਾ ਹੈ। ਪਰ ਕਰਤਾ ਪੁਰਖ ਜਿਹੜਾ ਉਸਨੇ ਸਾਨੂੰ ਬਣਾਇਆ ਵੀ ਹੈ, ਸਾਡਾ ਕਰਤਾ ਵੀ ਹੈ, ਅਤੇ ਉਹ ਪੁਰਸ਼ ਵੀ ਹੈ, ਭਾਵ ਸਾਡੇ ਅੰਦਰ ਰਮਿਆ ਹੋਇਆ ਵੀ ਹੈ, ਸਾਡੇ ਅੰਦਰ ਹਰ ਵੇਲੇ ਵਸਿਆ ਹੋਇਆ ਵੀ ਹੈ। ਜਿਸ ਦਿਨ ਉਹ ਸਾਡੇ ਤੋਂ ਬਾਹਰ ਹੋ ਗਿਆ, ਉਸ ਦਿਨ ਸਾਡੇ ਵਜੂਦ ਦੀ ਕੋਈ ਤਾਕਤ ਨਹੀਂ ਰਹੇਗੀ, ਕੋਈ ਸਾਡੀ ਤਾਕਤ, ਕੋਈ ਸਾਡੀ ਸ਼ਕਤੀ ਨਹੀਂ ਬਚੇਗੀ। ਜਿੰਨਾ ਚਿਰ ਉਹ ਸਾਡੇ ਅੰਦਰ ਹੈ, ਉਸ ਦੀ ਜੋਤ ਸਾਡੇ ਅੰਦਰ ਹੈ, ਉਹਨਾਂ ਚਿਰ ਹੀ ਅਸੀਂ ਗੱਲਾਂ ਕਰ ਸਕਦੇ ਹਾਂ, ਸਤ ਸੰਗਤ ਕਰ ਸਕਦੇ ਹਾਂ, ਸਿਫਤ ਸਲਾਹ ਕਰ ਸਕਦੇ ਹਾਂ, ਦੁਨਿਆਵੀ ਕਾਰੋਬਾਰ ਕਰ ਸਕਦੇ ਹਾਂ। ਜਿਸ ਦਿਨ ਪਰਮਾਤਮਾ ਸਾਡੇ ਵਿੱਚੋਂ ਨਿਕਲ ਗਿਆ, ਉਸ ਦੀ ਜੋਤ ਸਾਡੇ ਤਨ ਤੋਂ ਬਾਹਰ ਹੋ ਗਈ, ਫਿਰ ਸਾਡਾ ਤਨ ਜਿਹੜਾ ਹੈ ਉਹ ਪੰਜ ਭੂਤਕ ਸਰੀਰ ਮੁੜ ਕੇ ਉਹਨਾਂ ਪੰਜਾਂ ਤੱਤਾਂ ਦੇ ਵਾਂਗ ਮਿੱਟੀ ਹੀ ਬਣ ਜਾਵੇਗਾ। ਨਿਰੰਜਨ ਤੋਂ ਭਾਵ ਹੈ ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ, ਉਹ ਕੇਵਲ ਅਤੇ ਕੇਵਲ ਇੱਕ ਹੈ। ਨੰਨੇ ਦੇ ਪੈਰ ਨੂੰ ਔਂਕੜ ਲੱਗਾ ਹੋਇਆ ਹੈ ਕਿ ਮਾਇਆ ਦੀ ਕਾਲਕ ਤੋਂ ਰਹਿਤ ਜਿਹੜਾ ਇੱਕ ਵਚਨ ਹੁੰਦਾ ਹੈ ਔਂਕੜ, ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਸਾਡੇ ਵਿੱਚ ਸਮਾਇਆ ਹੋਇਆ ਵੀ ਹੈ। ਹਰ ਅਗਮਾ ਅਗਮ ਅਪਾਰਾ, ਉਹਦੇ ਤੱਕ ਪੂਰਨ ਤੌਰ 'ਤੇ ਸਾਡੇ ਗਿਆਨ ਇੰਦਰੀਆਂ ਦੀ ਸਾਡੀ ਪਹੁੰਚ ਵੀ ਨਹੀਂ ਹੋ ਸਕਦੀ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਉਹ ਅਪਾਰ ਹੈ, ਉਸਦੇ ਗੁਣਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸੱਚਾ ਭਾਵ ਜਿਹੜਾ ਸਦਾ ਰਹਿਣ ਵਾਲਾ ਹੈ, ਸਿਰਜਣਹਾਰਾ ਜਿਹੜਾ ਸਾਡੀ ਸਿਰਜਣਾ ਕਰਨ ਵਾਲਾ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਹੇ ਪ੍ਰਭੂ, ਹੇ ਅਕਾਲ ਪੁਰਖ ਪਰਮਾਤਮਾ, ਸੱਚੇ ਸਿਰਜਣਹਾਰ ਜੀ, ਸਾਰੇ ਹੀ ਜੀਵ ਤੁਹਾਨੂੰ ਧਿਆ ਰਹੇ ਹਨ, ਸਾਰੇ ਜੀਵ ਤੁਹਾਡੀ ਬੰਦਗੀ ਕਰ ਰਹੇ ਹਨ, ਤੁਹਾਡੀ ਵਡਿਆਈ ਕਰ ਰਹੇ ਹਨ। ਇੱਥੇ ਧਿਆਵੈ ਜਿਹੜਾ ਹੈ ਉਹ ਹਾਹੇ ਨੂੰ ਸਿਹਾਰੀ ਦੇ ਨਾਲ ਹੈ, ਭਾਵੇਂ ਇੱਥੇ ਜਿਹੜੀ ਗੱਲ ਹੋ ਰਹੀ ਹੈ ਉਹ ਇੱਕ ਤੋਂ ਵੱਧ ਦੀ ਹੋ ਰਹੀ ਹੈ, ਅਤੇ ਇੱਕ ਦੇ ਨਾਲ ਦੂਸਰਿਆਂ ਦੀ ਵੀ ਗੱਲ ਹੋ ਰਹੀ ਹੈ। ਅਤੇ ਜਿੱਥੇ ਕੇਵਲ ਇੱਕ ਦੀ ਗੱਲ ਹੋਵੇਗੀ, ਉੱਥੇ ਧੱਦੇ ਨੂੰ ਸਿਹਾਰੀ, ਐੜੇ ਨੂੰ ਕੰਨਾ ਅਤੇ ਵਾਵੇ ਨੂੰ ਦੁਲਾਵਾਂ ਵੈ ਹੋਣਗੀਆਂ। ਉੱਥੇ ਧਿਆਵੈ ਹੋਵੇਗਾ, ਉਹਦੇ ਨਾਲ ਹਾਹਾ ਨਹੀਂ ਲੱਗਾ ਹੋਵੇਗਾ, ਅਤੇ ਜਿੱਥੇ ਹਾਹਾ ਲੱਗਾ ਹੈ ਉੱਥੇ ਇੱਕ ਤੋਂ ਵੱਧ ਦੀ ਵੀ ਗੱਲ ਹੈ, ਅਤੇ ਇੱਕ ਦੇ ਨਾਲ ਦੂਸਰੇ ਦੀ ਵੀ ਗੱਲ ਹੈ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਪ੍ਰਭੂ, ਹੇ ਸੱਚੇ ਸਿਰਜਣਹਾਰ ਮਾਲਕ, ਸਾਰੇ ਜੀਵ ਤੈਨੂੰ ਧਿਆ ਰਹੇ ਹਨ, ਸਾਰੇ ਜੀਵ ਤੇਰੀ ਬੰਦਗੀ ਕਰ ਰਹੇ ਹਨ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਦੋ ਵਾਰ ਜੀ ਅੱਖਰ ਆਇਆ ਹੈ ਇਸ ਪੰਕਤੀ ਦੇ ਅੰਦਰ। ਪਹਿਲਾ ਜੀ ਜਿਹੜਾ ਹੈ ਉਹ ਜੀਵ ਜੰਤੂਆਂ ਦੇ ਵਾਸਤੇ ਹੈ, ਉਸ ਦੇ ਨਾਲ ਨਿਸ਼ਾਨੀ ਹੈ ਕਿ ਐੜਾ ਲੱਗਾ ਹੋਇਆ ਹੈ,
ਤੇ ਦੂਸਰਾ ਜਿਹੜਾ ਜੀ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਸਤਿਕਾਰ ਦੇ ਵਜੋਂ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਪ੍ਰਭੂ, ਸਾਰੇ ਹੀ ਜੀਵ ਤੁਹਾਡੇ ਹੀ ਬਣਾਏ ਹੋਏ ਹਨ। ਤੂੰ ਜੀਆਂ ਕਾ ਦਾਤਾਰਾ, ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੀ ਹੈ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਇੱਥੇ ਵੀ ਧਿਆਵੋ ਆਇਆ ਹੈ, ਹਾਹੇ ਨੂੰ ਔਂਕੜ ਹੈ। ਇਹ ਭਾਵ ਹੈ ਕਿ ਦੂਸਰੇ ਦੀ ਗੱਲ ਹੋ ਰਹੀ ਹੈ। ਅਤੇ ਜੇ ਇੱਥੇ ਹਾਹੇ ਦੀ ਜਗ੍ਹਾ ਊੜਾ ਹੁੰਦਾ, ਉਸ ਨੂੰ ਔਂਕੜ ਹੁੰਦਾ, ਫਿਰ ਆਪਣੀ ਗੱਲ ਹੋਣੀ ਸੀ ਕਿ ਪਹਿਲੇ ਬੰਦੇ ਦੀ ਗੱਲ ਹੋ ਰਹੀ ਹੈ। ਅਤੇ ਇੱਥੇ ਹਾਹੇ ਨੂੰ ਔਂਕੜ ਹੈ, ਭਾਵ ਸੈਕਿੰਡ ਪਰਸਨ ਦੂਸਰੇ ਬੰਦੇ ਦੀ ਗੱਲ ਹੋ ਰਹੀ ਹੈ। ਪਾਤਸ਼ਾਹ ਜੀ ਪਿਛਲੀਆਂ ਪੰਕਤੀਆਂ ਦੇ ਅੰਦਰ ਪਰਮਾਤਮਾ ਦੀ ਵਡਿਆਈ ਕਰ ਰਹੇ ਹਨ, ਉਸ ਦੇ ਗੁਣ ਦੱਸ ਰਹੇ ਹਨ, ਉਸ ਦੀਆਂ ਵਡਿਆਈਆਂ ਸਾਨੂੰ ਦ੍ਰਿੜ ਕਰਵਾ ਰਹੇ ਹਨ। ਅਤੇ ਇਸ ਪੰਕਤੀ ਦੇ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਹੇ ਸੰਤ ਜਨੋ, ਭਾਵ ਹੇ ਸਮੂਹ ਸਾਧ ਸੰਗਤ, ਪਰਮਾਤਮਾ ਨੂੰ ਮੰਨਣ ਵਾਲੇ, ਪਰਮਾਤਮਾ ਦੇ ਪਿਆਰ ਵਿੱਚ ਜੁੜ ਬੈਠੇ ਜੀਵੋ, ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣਾ ਕਰੋ। ਸਭ ਦੁੱਖ ਵਿਸਾਰਨ ਹਾਰਾ, ਜਿਹੜਾ ਸਾਡਾ ਸਾਰੇ ਹੀ ਦੁੱਖਾਂ ਨੂੰ ਹਰਨ ਵਾਲਾ ਹੈ, ਸਾਰੇ ਹੀ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਉਸ ਪ੍ਰਭੂ ਦੀ ਰਲ ਮਿਲ ਕਰਕੇ ਬੰਦਗੀ ਕਰੋ, ਉਸ ਨੂੰ ਧਿਆਉਣਾ ਕਰੋ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਠਾਕੁਰ ਦੇ ਰਾਰੇ ਨੂੰ ਵੀ ਔਂਕੜ ਲੱਗਾ ਹੈ ਅਤੇ ਸੇਵਕ ਦੇ ਕੱਕੇ ਨੂੰ ਵੀ ਔਂਕੜ ਲੱਗਾ ਹੈ। ਉਹ ਅਕਾਲ ਪੁਰਖ ਪਰਮਾਤਮਾ ਠਾਕੁਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਇੱਕੋ ਇੱਕ ਮਾਲਕ ਹੈ, ਅਤੇ ਆਪ ਹੀ ਜਿਹੜੇ ਉਸਦੀ ਸੇਵਾ ਕਰਨ ਵਾਲੇ ਹਨ, ਉਹਨਾਂ ਸੇਵਕਾਂ ਦੇ ਵਿੱਚ, ਉਸ ਸੇਵਕ ਪਿਆਰੇ ਦੇ ਵਿੱਚ ਸੇਵਾ ਕਮਾਉਣ ਵਾਲਾ ਵੀ ਉਹ ਆਪ ਹੀ ਹੈ। ਕਿਆ ਨਾਨਕ ਜੰਤ ਵਿਚਾਰਾ, ਅਸੀਂ ਜੀਵ ਜੰਤ, ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਹੇ ਨਾਨਕ ਪਾਤਸ਼ਾਹ ਜੀ, ਇਹ ਜਿਹੜੇ ਜੀਵ ਹਨ ਸਾਡੇ ਵਰਗੇ, ਇਹ ਉਸ ਅਕਾਲ ਪੁਰਖ ਪਰਮਾਤਮਾ ਦੀ ਕੀ ਵਿਚਾਰ ਕਰ ਸਕਦੇ ਹਨ। ਭਾਵ ਉਹ ਬੇਅੰਤ ਹੈ, ਉਹ ਆਪ ਹੀ ਪੈਦਾ ਕਰਨ ਵਾਲਾ ਵੀ ਹੈ, ਅਤੇ ਆਪਣੇ ਸੇਵਕ ਦੇ ਵਿੱਚ, ਆਪਣੇ ਪਿਆਰੇ ਦੇ ਵਿੱਚ ਰਹਿ ਕੇ ਸੇਵਾ ਕਮਾ ਕੇ ਆਪਣਾ ਜੀਵਨ ਵੀ ਜਿਹੜਾ ਨਿਰਮਲ ਕਰਨ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਹੀ ਆਪ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਘਟ ਘਟ ਭਾਵ ਹਰੇਕ ਜੀਵ ਦੇ ਅੰਦਰ ਵਸਿਆ ਹੋਇਆ ਹੈ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਸੰਤ ਜਨਾਂ ਨੇ, ਗੁਰਮੁਖ ਜਨਾਂ ਨੇ ਇਹ ਗੱਲ ਪੁਕਾਰ ਪੁਕਾਰ ਕੇ, ਉੱਚੀ ਬੋਲ ਬੋਲ ਕੇ ਦੁਨੀਆ ਦੇ ਲੋਕਾਂ ਨੂੰ ਸਮਝਾਈ ਹੈ ਕਿ ਹਰੇਕ ਜੀਵ ਦੇ ਅੰਦਰ ਜੇ ਵਸਦਾ ਹੈ ਅਤੇ ਉਹ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ। ਅਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਅਕਾਲ ਪੁਰਖ ਪਰਮਾਤਮਾ, ਤੂੰ ਹਰੇਕ ਘਟ ਘਟ ਦੇ ਅੰਤਰ ਭਾਵ ਵਿੱਚ ਵਸਣ ਵਾਲਾ ਹੈ, ਅਤੇ ਸਰਬ ਨਿਰੰਤਰ, ਨਿਰੰਤਰ ਤੋਂ ਭਾਵ ਹੈ ਇੱਕ ਸਾਰ ਚੱਲਣ ਵਾਲਾ, ਇੱਕ ਰਸ ਇੱਕ ਟਕ ਵਸਣ ਵਾਲਾ। ਉਹ ਅਕਾਲ ਪੁਰਖ ਪਰਮਾਤਮਾ ਘਟ ਘਟ ਦੇ ਵਿੱਚ ਵਸਿਆ ਵੀ ਹੋਇਆ ਹੈ, ਵਸਿਆ ਵੀ ਇਸ ਤਰੀਕੇ ਦੇ ਨਾਲ ਹੈ ਕਿ ਇੱਕ ਰਸ ਉਹ ਸਾਡੇ ਨਾਲ ਰਹਿੰਦਾ ਹੈ, ਭਾਵ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਉਹ ਸਦਾ ਹੀ ਸਾਡਾ ਸੰਗੀ ਹੈ। ਇਹ ਨਹੀਂ ਕਿ ਇੱਕ ਦਿਨ ਆ ਕੇ ਸਾਡੇ ਹਿਰਦੇ ਦੇ ਅੰਦਰ ਵਸਿਆ ਅਤੇ ਇੱਕ ਦਿਨ ਸਾਡੇ ਹਿਰਦੇ ਤੋਂ ਬਾਹਰ ਚਲਿਆ ਗਿਆ। ਪਹਿਲਾਂ ਵੀ ਵਿਚਾਰ ਕੀਤੀ ਕਿ ਜੇ ਸਾਡੇ ਜੀਵਨ ਦੇ ਵਿੱਚੋਂ, ਸਾਡੇ ਤਨ ਦੇ ਵਿੱਚੋਂ ਪਰਮਾਤਮਾ ਦੀ ਜੋਤ ਨਿਕਲ ਗਈ ਅਤੇ ਫਿਰ ਸਾਡਾ ਸਰੀਰ ਜਿਹੜਾ ਹੈ ਉਹ ਮਿੱਟੀ ਹੋ ਜਾਵੇਗਾ, ਮ੍ਰਿਤ ਮੰਨਿਆ ਜਾਵੇਗਾ। ਉਹ ਅਕਾਲ ਪੁਰਖ ਪਰਮਾਤਮਾ ਜਿੰਨੇ ਚਿਰ ਸਾਡੇ ਸਵਾਸਾਂ ਦੀ ਪੂੰਜੀ ਉਸਨੇ ਬਖਸ਼ਿਸ਼ ਕੀਤੀ ਹੈ, ਓਨਾ ਚਿਰ ਉਸਦੀ ਜੋਤ ਸਾਡੇ ਅੰਦਰ ਰਮੀ ਰਹੇਗੀ, ਸਾਡੇ ਤਨ ਦੇ ਅੰਦਰ ਇੱਕ ਰਸ ਵਸੀ ਹੋਈ ਹੈ। ਹਰ ਏਕੋ ਪੁਰਖ ਸਮਾਣਾ। ਪੁਰਖ ਉਹ ਅਕਾਲ ਪੁਰਖ ਪਰਮਾਤਮਾ ਐਸਾ ਹੈ ਜਿਹੜਾ ਆਪਣੀ ਕਿਰਤ ਦੇ ਵਿੱਚ ਸਾਡੇ ਵਿੱਚ ਹਰ ਵੇਲੇ ਸਮਾਇਆ ਹੋਇਆ ਹੈ, ਅਤੇ ਸਾਨੂੰ ਜੀਵਾਂ ਨੂੰ ਵੀ
ਉਸ ਪਰਮਾਤਮਾ ਦੀ ਵਡਿਆਈ ਕਰਕੇ ਉਸ ਦੇ ਵਿੱਚ ਹੀ ਸਮਾਉਣਾ ਹੈ, ਉਸ ਦੇ ਵਿੱਚ ਹੀ ਅਭੇਦ ਹੋਣਾ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਚੋਜ ਤੋਂ ਭਾਵ ਹੈ ਕੌਤਕ। ਅਕਾਲ ਪੁਰਖ ਪਰਮਾਤਮਾ ਦੇ ਪੈਦਾ ਕੀਤੇ ਹੋਏ ਸਾਰੇ ਜੀਵ ਹਨ। ਉਹਨਾਂ ਦੇ ਵਿੱਚੋਂ ਇਹ ਪਰਮਾਤਮਾ ਦੀ ਬਣਾਈ ਹੋਈ ਖੇਡ ਹੈ, ਪਰਮਾਤਮਾ ਦਾ ਰਚਿਆ ਹੋਇਆ ਕੌਤਕ ਹੈ ਕਿ ਉਸਨੇ ਕਿਸੇ ਨੂੰ ਦਾਤਾ ਬਣਾ ਦਿੱਤਾ ਹੈ ਅਤੇ ਕਿਸੇ ਨੂੰ ਭਿਖਾਰੀ ਬਣਾ ਦਿੱਤਾ ਹੈ। ਇੱਕ ਸ਼ਬਦ ਵੀ ਜਿਹੜਾ ਹੈ ਉਹ ਤਿੰਨ ਤਰੀਕੇ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਦੇ ਹਾਂ। ਇੱਕ ਇੱਥੇ ਆਇਆ ਹੈ, ਈੜੀ ਅਤੇ ਕੱਕੇ ਨੂੰ ਦੋਨਾਂ ਨੂੰ ਸਿਹਾਰੀ ਲੱਗੀ ਹੋਈ ਹੈ। ਇੱਕ ਅਸੀਂ ਜਦੋਂ ਜਪਜੀ ਸਾਹਿਬ ਜੀ ਦੀ 5ਵੀਂ ਪੌੜੀ ਪੜ੍ਹਦੇ ਹਾਂ ਜਾਂ 6ਵੀਂ ਪੌੜੀ ਪੜ੍ਹਦੇ ਹਾਂ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉੱਥੇ ਪਹਿਲੇ ਅੱਖਰ ਜਿਹੜਾ ਇੱਕ ਹੈ ਉਹ ਕੱਕਾ ਮੁਕਤਾ ਹੈ। ਗੁਰਾ ਇੱਕ ਦੇ ਬੁਝਾਈ, ਇਸ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਈ। ਗੁਟਕਾ ਸਾਹਿਬ ਆਪ ਜੀ ਦੇ ਹੱਥ ਦੇ ਵਿੱਚ ਹੈ, ਦੇਖ ਵੀ ਸਕਦੇ ਹੋ। ਉੱਥੇ ਭਾਵ ਹੈ ਇਸਤਰੀ ਲਿੰਗ ਸਮਝ ਕਿ ਹੇ ਗੁਰੂ ਜੀ ਕਿਰਪਾ ਕਰੋ, ਸਾਨੂੰ ਇੱਕ ਐਸੀ ਸਿੱਖਿਆ ਦੇ ਦਿਓ, ਐਸੀ ਸਮਝ ਦੇ ਦਿਓ ਜਿਹੜਾ ਸਭਨਾ ਜੀਆਂ ਕਾ ਇੱਕ ਦਾਤਾ, ਕੱਕੇ ਨੂੰ ਉੱਥੇ ਔਂਕੜ ਲੱਗਾ ਹੋਇਆ ਹੈ ਕਿ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸੋ ਮੈਂ ਵਿਸਰ ਨਾ ਜਾਈ, ਉਹ ਸਾਨੂੰ ਵਿਸਰ ਨਾ ਜਾਵੇ। ਭਾਵ ਜਿੱਥੇ ਕੱਕੇ ਨੂੰ ਔਂਕੜ ਹੈ ਉੱਥੇ ਇੱਕ ਵਚਨ ਹੈ, ਜਿੱਥੇ ਕੱਕਾ ਮੁਕਤਾ ਹੈ ਉਸ 'ਤੇ ਇਸਤਰੀ ਲਿੰਗ ਹੈ, ਅਤੇ ਜਿੱਥੇ ਕੱਕੇ ਨੂੰ ਸਿਹਾਰੀ ਲੱਗੀ ਹੋਈ ਹੈ ਉੱਥੇ ਬਹੁ ਵਚਨ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਭਾਵ ਕੁਝ ਬਹੁਤਿਆਂ ਦੇ ਵਿੱਚੋਂ ਕੁਝ ਜਿਹੜੇ ਹਨ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵਾਂ ਦੇ ਵਿੱਚੋਂ ਦਾਤੇ ਬਣ ਗਏ ਹਨ ਅਤੇ ਬਹੁਤ ਸਾਰਿਆਂ ਦੇ ਵਿੱਚੋਂ ਕੁਝ ਭਿਖਾਰੀ ਵੀ ਬਣ ਗਏ ਹਨ। ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਬਾਣੀ ਦੇ ਵਿੱਚ, ਬਹੁਤ ਵਾਰ ਤੁਸੀਂ ਇਹ ਸ਼ਬਦ ਸੁਣਿਆ ਹੋਵੇਗਾ, ਇਕਨਾਂ ਨੂੰ ਹਰ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਭਾਵ ਕੁਝ ਨੂੰ ਸੋਝੀ ਆ ਗਈ ਅਤੇ ਕੁਝ ਅਜੇ ਵੀ ਬੇਪਰਵਾਹ ਹੋ ਕੇ ਘੁੰਮਦੇ ਹਨ, ਜਿਨ੍ਹਾਂ ਨੂੰ ਗਿਆਨ ਪ੍ਰਾਪਤ ਨਹੀਂ ਹੋਇਆ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਪ੍ਰਭੂ ਇਹ ਸਾਰੇ ਤੇਰੇ ਹੀ ਕੌਤਕ ਹਨ, ਇਹ ਤੇਰਾ ਹੀ ਚੋਜ ਹੈ ਕਿ ਤੇਰੇ ਪੈਦਾ ਕੀਤੇ ਹੋਏ ਜਨਤਾਂ ਦੇ ਵਿੱਚੋਂ ਕੋਈ ਭਿਖਾਰੀ ਬਣ ਗਿਆ ਅਤੇ ਕੋਈ ਦਾਤਾ ਬਣ ਗਿਆ। ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ, ਇਸ ਪੰਕਤੀ ਦੀ ਵਿਆਖਿਆ ਕਰਦੇ ਹੋਏ, ਏਕ ਰੂਪ ਸਗਲੋ ਪਾਸਾਰਾ, ਏਕ ਆਪੇ ਬਨਜ ਆਪ ਵਿਵਹਾਰਾ, ਐਸੋ ਗਿਆਨ ਬਿਰਲੋ ਹੀ ਪਾਏ, ਜਤ ਜਤ ਜਾਈਏ ਤਤ ਦ੍ਰਿਸ਼ਟਾਏ। ਕਿ ਇਹ ਗਿਆਨ ਕਿਸੇ ਬਿਰਲੇ ਮਨੁੱਖ ਨੇ ਹਾਸਲ ਕੀਤਾ ਹੈ ਕਿ ਜਿੱਥੇ ਜਿੱਥੇ ਵੀ ਅਸੀਂ ਜਾਈਏ ਉਹ ਪਰਮਾਤਮਾ ਸਾਡੇ ਹਰ ਵੇਲੇ ਨਾਲ ਰਹਿੰਦਾ ਹੈ। ਅਨਕ ਰੰਗ ਨਿਰਗੁਣ ਇੱਕ ਰੰਗਾ, ਆਪੇ ਜਲ ਆਪ ਹੀ ਤਰੰਗਾ। ਉਹ ਇੱਕ ਰੰਗ ਹੈ ਅਤੇ ਸਾਰੇ ਰੰਗਾਂ ਦੇ ਵਿੱਚ ਵੀ ਸਮਾਇਆ ਹੋਇਆ ਹੈ। ਜਿਵੇਂ ਪਾਣੀ ਇੱਕ ਹੈ ਸਮੁੰਦਰ ਦਾ, ਪਰ ਜਦੋਂ ਉਸ ਦੇ ਵਿੱਚ ਤਰੰਗਾਂ ਉੱਠਦੀਆਂ ਹਨ, ਛਾਲੀਆਂ ਉੱਠਦੀਆਂ ਹਨ ਅਤੇ ਉਹ ਅਲੱਗ ਅਲੱਗ ਦਿਖਾਈ ਦਿੰਦੀਆਂ ਹਨ। ਜਿਵੇਂ ਅਸੀਂ 100 ਘੜਾ ਰੱਖ ਲਈਏ ਅਤੇ ਉਸ 100 ਘੜੇ ਦੇ ਵਿੱਚੋਂ ਸੂਰਜ ਨੂੰ ਦੇਖੀਏ ਅਤੇ ਸਾਨੂੰ 100 ਸੂਰਜ ਦਿਖਾਈ ਦੇਵੇਗਾ, ਅਤੇ ਉਹ ਸਾਰੇ ਘੜਿਆਂ ਨੂੰ ਸਾਈਡ 'ਤੇ ਕਰ ਦਈਏ ਅਤੇ ਸਾਨੂੰ ਸੂਰਜ ਇੱਕ ਦਿਖਾਈ ਦੇਵੇਗਾ। ਇਸੇ ਤਰ੍ਹਾਂ ਉਹ ਪਰਮਾਤਮਾ ਹੈ, ਉਹ ਸਾਡੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਉਸਦੇ ਚੋਜ ਤਮਾਸ਼ੇ ਹਨ ਕਿ ਉਸਨੇ ਕਿਸੇ ਨੂੰ ਕਿਸ ਕਾਰਜ ਦੇ ਵਿੱਚ ਲਾ ਦਿੱਤਾ ਅਤੇ ਕਿਸੇ ਨੂੰ ਕਿਸ ਕਾਰਜ ਦੇ ਵਿੱਚ ਲਾ ਦਿੱਤਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਉਹ ਦਾਤਾਂ ਦੇਣ ਵਾਲਾ ਵੀ ਆਪ ਹੀ ਹੈ ਅਤੇ ਸਾਡੇ ਵਿੱਚ ਰਮਿਆ ਹੋ ਕੇ ਉਹ ਉਹਨਾਂ ਦਾਤਾਂ ਨੂੰ ਭੋਗਣ ਵਾਲਾ ਵੀ ਉਹ ਅਕਾਲ ਪੁਰਖ ਪਰਮਾਤਮਾ ਹੀ ਹੈ। ਹੋਂ ਤੁਧ ਬਿਨ ਅਵਰ ਨਾ ਜਾਣਾ। ਹੈ ਪ੍ਰਭੂ, ਮੈਂ ਤੇਰੇ ਤੋਂ ਬਿਨਾਂ ਕਿਸੇ ਦੂਸਰੇ ਨੂੰ ਹੋਰ ਨੂੰ ਇਸ ਅਵਸਥਾ ਦੇ ਵਿੱਚ ਨਹੀਂ ਜਾਣਦਾ। ਇਸ ਅਵਸਥਾ ਦਾ, ਇਸ ਸਮਰੱਥਾ ਦਾ ਮਾਲਕ ਨਹੀਂ ਜਾਣਦਾ, ਜਿਹੜਾ ਦਾਤ ਵੀ ਦੇਵੇ ਅਤੇ ਉਸ ਦਾਤ ਨੂੰ ਵਰਤਣ ਵਾਲਾ ਵੀ ਆਪ ਹੋਵੇ। ਇਹ ਉਸ ਅਕਾਲ ਪੁਰਖ ਪਰਮਾਤਮਾ ਦੀ ਹੀ ਵਡਿਆਈ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ,
तेरे क्या गुण आख वखाणा। ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਹੇ ਅਕਾਲ ਪੁਰਖ ਪਰਮਾਤਮਾ ਪਾਰ ਬ੍ਰਹਮ ਜੀ, ਤੁਸੀਂ ਬੇਅੰਤ ਹੋ, ਤੁਹਾਡੇ ਬੇਅੰਤਤਾ ਦਾ ਅੰਤ ਕੋਈ ਵੀ ਜੀਵ ਸ੍ਰਿਸ਼ਟੀ ਦੇ ਅੰਦਰ ਕੋਈ ਵੀ ਸ਼ਕਤੀ ਨਹੀਂ ਪਾ ਸਕਦੀ। ਤੇਰੇ ਕਿਆ ਗੁਣ ਆਖ ਵਖਾਣਾ। ਜੇ ਤੂੰ ਬੇਅੰਤ ਹੈ ਤੇ ਤੇਰੇ ਗੁਣ ਵੀ ਜਿਹੜੇ ਹਨ ਉਹ ਬੇਅੰਤ ਹਨ। ਗੁਣ ਅਨੇਕ ਰਸਨਾ ਕਿਆ ਬਖਾਨੈ। ਗੁਣ ਅਨੇਕ ਹਨ, ਸਾਡੀ ਜ਼ੁਬਾਨ ਇੱਕ ਹੈ ਅਤੇ ਅਸੀਂ ਆਪਣੀ ਇੱਕ ਰਸਨਾ ਦੇ ਨਾਲ, ਇੱਕ ਜ਼ੁਬਾਨ ਦੇ ਨਾਲ ਕਿੰਨੇ ਕੁ ਗੁਣ ਅਸੀਂ ਪਰਮਾਤਮਾ ਦੇ ਗਾ ਸਕਦੇ ਹਾਂ, ਇਹ ਅਸੀਂ ਸਾਰੇ ਆਪ ਜਾਣਦੇ ਹਾਂ। ਆਪ ਪਰਮਾਤਮਾ ਬੇਅੰਤ ਹੈ। ਜੇ ਉਹ ਬੇਅੰਤ ਹੈ ਅਤੇ ਉਸਦੇ ਗੁਣ ਵੀ ਜਿਹੜੇ ਹਨ ਉਹ ਬੇਅੰਤ ਹਨ। ਉਹਨਾਂ ਗੁਣਾਂ ਨੂੰ ਵੀ ਕੋਈ ਮਨੁੱਖ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ। ਕਥਨਾ ਕਥੀ ਨਾ ਆਵੈ ਟੋਟ। ਅਨੇਕਾਂ ਕਰੋੜਾਂ ਕਥਨੀਆਂ ਜੀਵਾਂ ਮਿਲ ਕੇ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਅਸੀਂ ਪਿੱਛੇ ਹੀ ਪੜ੍ਹਿਆ ਹੈ ਰਹਿਰਾਸ ਸਾਹਿਬ ਦੇ ਅੰਦਰ ਕਿ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਮਾਤਰ ਵੀ ਅਸੀਂ ਉਸਦੇ ਗੁਣਾਂ ਦਾ, ਉਸਦੀ ਬੇਅੰਤਤਾ ਦਾ ਬਖਿਆਨ ਨਹੀਂ ਕਰ ਸਕਦੇ। ਉਹ ਐਡਾ ਬੇਅੰਤ ਹੈ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਇੱਥੇ ਵੀ ਹਾਹੇ ਨੂੰ ਸਿਹਾਰੀ ਹੈ, ਭਾਵ ਇੱਕ ਤੋਂ ਜ਼ਿਆਦਿਆਂ ਦੀ ਗੱਲ ਕੀਤੀ ਹੈ। ਜੋ ਸੇਵੈ, ਜਿਹੜੇ ਤੈਨੂੰ ਸੇਵਦੇ ਹਨ, ਜਿਹੜੇ ਤੈਨੂੰ ਪ੍ਰਭੂ ਧਿਆਉਂਦੇ ਹਨ, ਮੈਂ ਉਹਨਾਂ ਤੋਂ, ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ, ਬਲਿਹਾਰਨੇ ਜਾਂਦਾ ਹੈ, ਸਦਕੇ ਜਾਂਦਾ ਹੈ, ਜਿਹੜੇ ਤੇਰੇ ਨਾਮ ਦੇ ਰਸੀਏ ਬਣ ਗਏ ਹਨ। ਜੇ ਇੱਕ ਦੀ ਗੱਲ ਹੋਵੇਗੀ ਅਤੇ ਫਿਰ ਆਵੇਗਾ ਜੋ ਸੇਵੈ ਵਾਵੇ ਨੂੰ ਦੁਲਾਵਾਂ ਆਉਣਗੀਆਂ, ਫਿਰ ਹਾਹਾ ਨਾਲ ਨਹੀਂ ਹੋਵੇਗਾ। ਇੱਥੇ ਹਾਹੇ ਦੇ ਨਾਲ ਸਿਹਾਰੀ ਵੀ ਹੈ, ਭਾਵ ਬਹੁਤੇ ਜਾਣੇ ਜਿੰਨੇ ਵੀ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਹਨ, ਜਿੰਨੇ ਵੀ ਉਸਦਾ ਨਾਮ ਜਪਣ ਲੱਗ ਪਏ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਰਲ ਮਿਲ ਕਰਕੇ ਇਹਨਾਂ ਦੋਨਾਂ ਪੌੜੀਆਂ ਦਾ ਪਾਠ ਕਰੀਏ ਜੀ, ਫਿਰ ਸਮਾਪਤੀ ਹੈ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।